अंगद अमरं वंदे गुरुराम्यं वंदे रामसुतं विवेकजलधो वंदे गोविन्दहरिं वंदे श्रीहरराय नन्दकुवरं वंदे गुरुनाम्यं वंदे सिंहगोविन्दबोधे अमले वंदे गुरुग्रन्थ्यं वंदे गुरुग्रन्थ्यं। गुर की मूरत मन में ध्यान, गुर का शब्द मंत्र मन मान, गुर के चरण रिधि लय तारो, गुर पार ब्रह्म सदा नमस्कारो। तन तन शब्दावतार चवर छत्र तक दे मालक ज्ञान स्वरूप बोहित स्वरूप धन धन साहिब श्री गुरु ग्रंथ साहिब जी सतगुरां दी हजूरी विखे विराजमान परम सत्कारयोग सिंह साहिब ज्ञानी इकबाल सिंह जी, परम सत्कारयोग पूज्य गुरुदेव जी, परम सत्कारयोग महंत दर्शन सिंह जी महाराज मुखिए महंत, परम सत्कारयोग महंत गुरचरण सिंह जी महाराज, परम सत्कारयोग संत बलबीर सिंह जी महाराज, मंच ते विराजमान नानकपुरे तो आई विरक्त मंडली महामंडलेश्वर स्वामी अच्युतानंद जी ਅਤੇ ਸ਼੍ਰੀ ਮਹੰਤ ਸਾਹਿਬ ਜੀ ਦੀ ਮੰਡਲੀ, ਮੰਚ ਤੇ ਵਿਰਾਜਮਾਨ ਸਮੂਹ ਸਤਿਪੁਰਸ਼ ਮਹਾਂਪੁਰਸ਼ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਾਧ ਸੰਗਤ ਜੀ ਅਸੀਂ ਹੁਣੇ ਪਰਮ ਸਤਿਕਾਰਯੋਗ ਸਾਡੇ ਮੁਖੀਏ ਮਹੰਤ ਸਾਹਿਬ ਜੀ ਕੋਲੋਂ ਬਹੁਤ ਸੁੰਦਰ ਚਰਚਾ ਸ਼ਰਵਣ ਕਰ ਰਹੇ ਸੀ। ਅਸੀਂ ਜਿਸ ਮਨੁੱਖ ਸਰੀਰ ਨੂੰ ਧਾਰਨ ਕਰਕੇ ਆਏ ਹਾਂ, ਜਿਸ ਆਪਣੇ ਲਕਸ਼ ਨੂੰ ਲੈ ਕੇ ਆਏ ਹਾਂ, ਉਸ ਲਕਸ਼ ਨੂੰ ਪੂਰਾ ਕਰਨ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਜ਼ਰੂਰਤ ਪੈਂਦੀ ਹੈ ਸਤਸੰਗ ਦੀ। ਜਿਸ ਤਰ੍ਹਾਂ ਅਸੀਂ ਕਿਸੇ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦੇ ਹਾਂ, ਇੰਜੀਨੀਅਰ ਬਣਾਉਣਾ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਕਿ ਉਸ ਬੱਚੇ ਨੂੰ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਭੇਜਦੇ ਹਾਂ। ਹੌਲੀ ਹੌਲੀ ਬੱਚਾ ਕਲਾਸਾਂ ਪਾਸ ਕਰਦਾ ਹੋਇਆ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਲੈਂਦਾ ਹੈ, ਇੰਜੀਨੀਅਰ ਦੀ ਡਿਗਰੀ ਪ੍ਰਾਪਤ ਕਰ ਲੈਂਦਾ ਹੈ। ਇਸੇ ਤਰ੍ਹਾਂ ਹੀ ਸਾਰੇ ਸਾਧਨਾ ਦੀ ਆਰੰਭਤਾ ਸਤ ਸੰਗਤ ਤੋਂ ਹੁੰਦੀ ਹੈ। ਜਦੋਂ ਅਸੀਂ ਸਤ ਸੰਗ ਦੇ ਵਿੱਚ ਆਉਂਦੇ ਹਾਂ, ਮਹਾਂਪੁਰਸ਼ਾਂ ਦੇ ਸੰਗ ਦੇ ਵਿੱਚ ਆਉਂਦੇ ਹਾਂ, ਤਾਂ ਸਾਨੂੰ ਸੋਝੀ ਆਉਂਦੀ ਹੈ ਕਿ ਅਸੀਂ ਇਸ ਮਨੁੱਖ ਸਰੀਰ ਨੂੰ ਲੈ ਕੇ ਕਿਸ ਲਕਸ਼ ਵਾਸਤੇ ਆਏ ਹਾਂ। ਜਿਵੇਂ ਜਿਵੇਂ ਅਸੀਂ ਸਤਸੰਗ ਕਰਦੇ ਹਾਂ, ਸਾਨੂੰ ਸਤਸੰਗ ਕਰਦਿਆਂ ਕਰਦਿਆਂ ਸੇਵਾ ਸਿਮਰਨ ਸਤਸੰਗ ਦੀ ਸੋਝੀ ਪ੍ਰਾਪਤ ਹੁੰਦੀ ਹੈ। ਸਤਸੰਗ ਦੇ ਵਿੱਚ ਜਾ ਕਰਕੇ ਹੀ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਸਾਡੇ ਸ਼ਾਸਤਰਾਂ ਦੇ ਵਿੱਚ ਵੀ ਬਹੁਤ ਸੁੰਦਰ ਦੱਸਿਆ ਗਿਆ ਹੈ, ਦੁਰਲਭਮ ਤ੍ਰਯਮੇਵੈ ਤਦ ਦੇਵਾਨੁਗ੍ਰਹ ਹੇਤੁਕਮ ਮਨੁਸ਼ਯਤਵਮ ਮੁਮੁਕਸ਼ੂਤਵਮ ਮਹਾਪੁਰਸ਼ ਸੰਸ੍ਰਯ। ਸ਼ਾਸਤਰਕਾਰ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਇਹ ਸਾਨੂੰ ਜਿਹੜਾ ਮਨੁੱਖ ਸਰੀਰ ਹੈ ਇਹ ਪ੍ਰਾਪਤ ਹੋਣਾ ਬਹੁਤ ਦੁਰਲਭ ਹੈ, ਕਿਉਂਕਿ 84 ਲੱਖ ਜੋਨੀਆਂ ਦੇ ਵਿੱਚ ਜੀਵ ਭਟਕਦਾ ਹੈ। ਭਟਕਦਿਆਂ ਭਟਕਦਿਆਂ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਇਸ ਨੂੰ ਮਨੁੱਖ ਸਰੀਰ ਮਿਲਦਾ ਹੈ। ਫਿਰ ਕਹਿੰਦੇ ਹਨ ਮਨੁੱਖ ਸਰੀਰ ਤੋਂ ਬਾਅਦਾਂ ਮਨੁੱਖ ਤਾਂ ਬਹੁਤ ਹਨ, ਪਰ ਮਨੁੱਖਾਂ ਵਾਲੇ ਜਿਹੜੇ ਗੁਣ ਹਨ ਉਹ ਬਹੁਤ ਘੱਟ ਵਿਅਕਤੀਆਂ ਦੇ ਵਿੱਚ। ਫਿਰ ਕਹਿੰਦੇ ਹਨ ਉਹਨਾਂ ਜਿਨ੍ਹਾਂ ਦੇ ਵਿੱਚ ਮਨੁੱਖਾਂ ਵਾਲੇ ਗੁਣ ਹਨ, ਉਹਨਾਂ ਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਜਿਹੜੀ ਇੱਛਾ ਹੈ,
ਜਿਹੜੀ ਚਾਹਨਾ ਹੈ ਬਹੁਤ ਘੱਟ ਵਿਅਕਤੀਆਂ ਦੇ ਵਿੱਚ। ਫਿਰ ਉਸ ਤੋਂ ਅਗਲੀ ਦੁਰਲਭਤਾ ਦੱਸਦੇ ਹਨ ਕਿ ਜਿਸ ਨੂੰ ਮਨੁੱਖ ਸਰੀਰ ਵੀ ਪ੍ਰਾਪਤ ਹੋ ਗਿਆ, ਉਸ ਮਨੁੱਖ ਦੇ ਵਿੱਚ ਮਨੁੱਖਾਂ ਵਾਲੇ ਗੁਣ ਹਨ। ਉਸ ਦੇ ਅੰਦਰ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਇੱਛਾ ਹੈ, ਪਰ ਜਦੋਂ ਉਸ ਨੂੰ ਸਤ ਸੰਗ ਮਿਲ ਜਾਂਦਾ ਹੈ, ਮਹਾਂਪੁਰਸ਼ਾਂ ਦਾ ਸੰਗ ਮਿਲ ਜਾਂਦਾ ਹੈ, ਤਾਂ ਉਹ ਆਪਣੇ ਲਕਸ਼ ਨੂੰ ਪ੍ਰਾਪਤ ਕਰ ਜਾਂਦਾ ਹੈ। ਕਿਉਂਕਿ ਨਾਮੀ ਤੱਕ ਪਹੁੰਚਣ ਵਾਸਤੇ ਸਾਨੂੰ ਨਾਮ ਦੀ ਜ਼ਰੂਰਤ ਹੈ, ਅਤੇ ਨਾਮ ਸਾਨੂੰ ਕਿੱਥੋਂ ਮਿਲਦਾ ਹੈ? ਸਤਿਗੁਰੂ ਜੀ ਫਰਮਾਉਂਦੇ ਹਨ, ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀ। ਨਾਮ ਦੀ ਮਹਿਮਾ ਸਾਨੂੰ ਸਤ ਸੰਗ ਦੇ ਵਿੱਚ ਜਾ ਕੇ ਸੁਣਨ ਨੂੰ ਮਿਲਦੀ ਹੈ, ਅਤੇ ਜਦੋਂ ਅਸੀਂ ਨਾਮ ਦੀ ਮਹਿਮਾ ਸੁਣਦੇ ਹਾਂ, ਫਿਰ ਸਾਡੇ ਅੰਦਰ ਉਸ ਨਾਮ ਨੂੰ ਆਰਾਧਨਾ ਕਰਨ ਦੀ ਇੱਛਾ ਪੈਦਾ ਹੁੰਦੀ ਹੈ। ਉਸ ਨਾਮ ਨੂੰ ਆਰਾਧ ਕਰਕੇ ਅਸੀਂ ਉਸ ਨਾਮੀ ਤੱਕ ਪਹੁੰਚਦੇ ਹਾਂ। ਇੱਕ ਵਾਰੀ ਸ਼ੰਕਰ ਭਗਵਾਨ ਅਤੇ ਪਾਰਵਤੀ ਕਿਸੇ ਕਾਰਜ ਵਾਸਤੇ ਆਏ। ਫਿਰ ਜਦੋਂ ਵਾਪਸ ਜਾ ਰਹੇ ਸਨ, ਤਾਂ ਸ਼ੰਕਰ ਭਗਵਾਨ ਨੇ ਇੱਕ ਝਾੜੀ ਦੇਖੀ, ਉੱਥੇ ਖੜੇ ਹੋ ਗਏ, ਹੱਥ ਜੋੜ ਕਰਕੇ ਉਸ ਛੰਝ ਨੂੰ, ਉਸ ਝਾੜੀ ਨੂੰ ਨਮਸਕਾਰ ਕੀਤੀ। ਜਦੋਂ ਸ਼ੰਕਰ ਭਗਵਾਨ ਨੇ ਨਮਸਕਾਰ ਕੀਤੀ, ਤਾਂ ਪਾਰਵਤੀ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਜਿਸ ਨੂੰ ਅਸੀਂ ਦੇਵਤਿਆਂ ਦਾ ਮਹਾਦੇਵ ਕਹਿੰਦੇ ਹਾਂ, ਉਹ ਇਸ ਝਾੜੀ ਨੂੰ ਕਿਉਂ ਨਮਸਕਾਰ ਕਰ ਰਿਹਾ ਹੈ। ਪਾਰਵਤੀ ਨੇ ਸ਼ੰਕਰ ਦੇ ਕੋਲੋਂ ਪੁੱਛਿਆ ਕਿ ਤੁਸੀਂ ਇਸ ਝਾੜੀ ਨੂੰ ਨਮਸਕਾਰ ਕਿਉਂ ਕੀਤੀ ਹੈ? ਅੱਗਿਓਂ ਸ਼ੰਕਰ ਭਗਵਾਨ ਨੇ ਪਾਰਵਤੀ ਨੂੰ ਦੱਸਿਆ ਕਿ ਇਹ ਜਿਹੜੀ ਝਾੜੀ ਹੈ, ਇੱਥੇ ਬੈਠ ਕਰਕੇ ਕਿਸੇ ਸਤਿਪੁਰਸ਼ ਨੇ ਉਸ ਪਰਮਾਤਮਾ ਦੇ ਨਾਮ ਦੀ ਆਰਾਧਨਾ ਕੀਤੀ ਹੈ। ਇਸ ਕਰਕੇ ਮੈਂ ਇਸ ਝਾੜੀ ਨੂੰ ਨਮਸਕਾਰ ਕਰ ਰਿਹਾ ਹਾਂ। ਅਤੇ ਅੱਜ ਅਸੀਂ ਜਿਸ ਜਗ੍ਹਾ ਤੇ ਸੱਚਖੰਡ ਦਾ ਆਨੰਦ ਮਾਣ ਰਹੇ ਹਾਂ, ਇਸ ਸਥਾਨ ਤੇ ਸਾਡੇ ਪਰਮ ਸਤਿਕਾਰਯੋਗ ਸ਼੍ਰੋਤਰੀਆ ਬ੍ਰਹਮਨਿਸ਼ਟ ਬ੍ਰਹਮ ਗਿਆਨੀ ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ, ਪਰਮ ਸਤਿਕਾਰਯੋਗ ਸ਼੍ਰੋਤਰੀਆ ਬ੍ਰਹਮਨਿਸ਼ਟ ਸੰਤ ਬਾਬਾ ਮਲੂਕ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਇਸ ਸਥਾਨ ਤੇ ਬੈਠ ਕਰਕੇ ਉਸ ਪਰਮੇਸ਼ਰ ਦੀ, ਉਸ ਪਰਮਾਤਮਾ ਦੀ ਆਰਾਧਨਾ ਕੀਤੀ। ਇਸ ਵਾਸਤੇ ਅੱਜ ਅਸੀਂ ਇੱਥੇ ਸੱਚਖੰਡ ਦਾ ਆਨੰਦ ਮਾਣ ਰਹੇ ਹਾਂ, ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਿਸ ਜਗ੍ਹਾ ਤੇ ਮਹਾਂਪੁਰਸ਼ ਵਿਰਾਜਦੇ ਹਨ, ਜਿਸ ਜਗ੍ਹਾ ਤੇ ਮਹਾਂਪੁਰਸ਼ ਚਰਨ ਪਾਉਂਦੇ ਹਨ, ਕਹਿੰਦੇ ਹਨ ਉੱਥੇ ਸਾਰੇ ਤੀਰਥ ਆ ਕੇ ਨਿਵਾਸ ਕਰਦੇ ਹਨ। 68 ਤੀਰਥ ਜਹ ਸਾਧ ਪਗ ਧਰਾ, ਤਹ ਬੈਕੁੰਠ ਜਹ ਨਾਮ ਉਚਰਾ। ਜਿਸ ਬੈਕੁੰਠ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ, ਇੱਥੇ ਸਾਡੇ ਮਹਾਂਪੁਰਸ਼ਾਂ ਨੇ ਉਸ ਪਰਮਾਤਮਾ ਦੀ ਆਰਾਧਨਾ ਕੀਤੀ ਹੈ। ਅਤੇ ਸਾਡੀ ਸੱਚੀ ਸ਼ਰਧਾਂਜਲੀ ਉਹਨਾਂ ਨੂੰ ਕੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਜੀਵਨ ਨੂੰ ਸਫਲ ਕੀਤਾ, ਅਸੀਂ ਆਪਣੇ ਜੀਵਨ ਨੂੰ ਸਫਲ ਕਿਸ ਤਰ੍ਹਾਂ ਮੰਨ ਸਕਦੇ ਹਾਂ ਕਿ ਜਿਹੜਾ ਸਾਡਾ ਜੀਵਨ ਹੈ ਉਹ ਸਫਲ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਆਇਆ ਸਫਲ ਤਾਹੂ ਕਾ ਗਨੀਏ, ਜਾਸ ਰਸਨ ਹਰ ਹਰ ਜਸ ਪਨੀਏ। ਜਿਨ੍ਹਾਂ ਮਹਾਂਪੁਰਸ਼ਾਂ ਨੇ ਹਮੇਸ਼ਾ ਉਸ ਪਰਮਾਤਮਾ ਦੀ ਆਰਾਧਨਾ ਕਰਦਿਆਂ, ਜਿਹੜਾ ਵੀ ਉਹਨਾਂ ਮਹਾਂਪੁਰਸ਼ਾਂ ਦੀ ਚਰਨ ਸ਼ਰਨ ਦੇ ਵਿੱਚ ਆਉਂਦਾ ਸੀ, ਉਸ ਨੂੰ ਉਸ ਵਾਹਿਗੁਰੂ ਦੇ ਨਾਲ ਜੋੜਦੇ ਸਨ। ਸਾਡੀ ਉਹਨਾਂ ਮਹਾਂਪੁਰਸ਼ਾਂ ਨੂੰ ਇਹੀ ਸੱਚੀ ਸ਼ਰਧਾਂਜਲੀ ਹੈ ਕਿ ਅਸੀਂ ਵੀ ਉਸ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਸਿਮਰੀਏ, ਸੇਵਾ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ, ਕਿਉਂਕਿ ਜਿਹੜਾ ਜਗਿਆ ਹੋਇਆ ਦੀਵਾ ਹੈ, ਉਹੀ ਅੱਗੇ ਦੀਵੇ ਨੂੰ ਜਗਾ ਸਕਦਾ ਹੈ। ਸ਼ਾਸਤਰਾਂ ਦੇ ਵਿੱਚ ਇੱਕ ਵਚਨ ਆਉਂਦਾ ਹੈ, ਮਰਣਾਂਤਮ ਸ਼ਰੀਰਮ ਤਤ ਪਸ਼ਯਤੋ ਪੀ ਵਿਨਸ਼ਯਤੀ, ਪਰ ਉਪਕਾਰ ਦੀਪੇਨਾ ਕਿਮਨਾ ਲੋਕਾਨ ਪ੍ਰਕਾਸ਼ਤੇ। ਕਹਿੰਦੇ ਹਨ ਕਿ ਜਿਹੜਾ ਵੀ ਇਸ ਸੰਸਾਰ ਤੇ ਵਿਅਕਤੀ ਆਉਂਦਾ ਹੈ, ਗੁਰੂ ਆਉਂਦਾ ਹੈ, ਪੀਰ ਆਉਂਦਾ ਹੈ, ਅਵਤਾਰ ਆਉਂਦਾ ਹੈ, ਸਤਿਪੁਰਸ਼ ਆਉਂਦੇ ਹਨ, ਸਾਰੇ ਆਪਣੇ ਸਰੀਰ ਦੇ ਦੁਆਰਾ ਚਲੇ ਜਾਂਦੇ ਹਨ। ਪਰ ਜਿਹੜਾ ਇਸ ਸੰਸਾਰ ਤੇ ਆ ਕੇ ਇੱਕ ਦੀਪਕ ਦੀ ਤਰ੍ਹਾਂ ਜਗ ਜਾਂਦਾ ਹੈ, ਉਸ ਜਗੇ ਹੋਏ ਦੀਪਕ ਤੋਂ ਅਸੀਂ ਹਜ਼ਾਰਾਂ ਲੱਖਾਂ ਦੀਪਕ ਜਗਾ ਸਕਦੇ ਹਾਂ। ਅੱਜ ਅਸੀਂ ਦੇਖ ਰਹੇ ਹਾਂ ਕਿ ਉਸ ਦੀਪਕ ਦੇ ਦੁਆਰਾ ਜਗੇ ਹੋਏ ਦੀਵੇ ਸਾਡੇ ਪਰਮ ਸਤਿਕਾਰਯੋਗ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ,
परम सत्कारयोग संत बाबा दविंदर सिंह जी महाराज, परम सत्कारयोग संत बाबा मक्खन सिंह जी महाराज, परम सत्कारयोग संत बाबा महादेव जी महाराज। ये सारे दीवे कित्थों जगे हन? उन्हां महापुरुषां तो जिन्हां दी असीं अज याद दे विच बैठे हां। असीं भी उद्यम करिए, उपराला करिए कि ਜਿਹੜੀਆਂ जगियां होईयां रूहां हन उन्हां रूहां दे संग दे विच जा करके सतसंग करिए, उस परमात्मा की आराधना करिए अते अपने इस जीवन नूं सफल करिए। सो समय अगे इजाजत नहीं दिंदा। इन्हां शब्दां दे नाल ही मैं महापुरुषां नूं श्रद्धांजलि, वाकांजलि, भावांजलि भेंट करदिआं। इसे तरह साडे वर्तमान महापुरुष संत बाबा गुरचरण सिंह जी महाराज, जिन्हां दे बारे साडे ग्रंथ दसदे हन, हाथ काम मुख राम है, हिरदे साची प्रीत, दरिया ग्रेही साधकी, जही उत्तम है रीत। वाहिगुरु जी का खालसा, वाहिगुरु जी की फतेह। परिवार है बहुत ही सत्कारयोग महंत जैन सिंह जी शास्त्री अमृतसर साहिब वाले। आओ साध संगत जीओ सरवण करिए। सत्कारयोग बाबा हरमनप्रीत सिंह जी निर्मल कुटिया दौलतपुर ढड्डा वाले 5-7 मिनट वास्ते आप सर्वत संगतां नूं गुरु दे नाल जोड़नगे। सतगुरां दी पावन पवित्र हजूरी विच दर्शन दे रहे ने। बहुत ही सत्कारयोग संत बड़भागी सिंह जी ऊना साहिब वाले, संत सुरजीत सिंह जी लीला मेघ सिंह वाले, संत बिट्टू दास जी पिपली साहिब वाले, संत सरनैल सिंह जी तरन तारण वाले, स्वामी चेतनानंद जी तरन तारण वाले। सत्कारयोग महंत सुच्चा सिंह जी अटारी वाले। बहुत ही सत्कारयोग सिख पंथ की महान हस्ती सिंह साहिब ज्ञानी गुरबचन सिंह जी जथेदार अकाल तख्त श्री अमृतसर साहिब वाले। श्रीमान 108 बहुत ही सत्कारयोग संत दविंदर सिंह जी सहापुर तरन तारण साहिब वाले। बहुत ही सत्कारयोग मोहने जी महाराज अलावलपुर वाले। आओ सरवण करिए बाबा हरमनप्रीत सिंह जी निर्मल कुटिया दौलतपुर ढड्डा 5-7 मिनट वास्ते आप सर्वत संगतां नूं गुरु दे नाल जोड़नगे। वाहिगुरु जी मुख उचरै शास्त्र खट, पिंग गिरन चढ़ जाए, अंध लखै बदरो सुनै, जो काल कृपा कराहे। श्री गुरु शब्द कमाए जिन, जीते पंथ विकार, तिन संतन कौ वंदना, सिर चरणन पग धार। सरकारे कुल आलम चवर छत्र तख्त जी दे मालक श्री गुरु ग्रंथ साहब महाराज जी की पावन पवित्र हजूरी विच विराजमान बहुत ही वडभागियां रूहां संत जन परम सत्कारयोग साध संगत जी, सब तो पहला वाहिगुरु जी का खालसा, वाहिगुरु जी की फतेह। मेरे कामल मुरशद आख्या करते सन कि जिथे संत सभा होवे, स्टेज लगी होवे, वो गुरु नानक साहब का स्कूल हुंदा है। और जिहदी भी जिन्नी जिन्नी पढ़ाई है वो आपो अपनी पढ़ाई के मुताबिक अपना सबक सुना के जाता है। आओ गुरमुख प्यारिओ, दास तो पहला जो ज्ञानी जी ने आप जी को सरवण कराया है, उस विषय को आप अगे तोरते हुए अपनी बुद्ध मुताबिक विचारिए। 5-7 मिनट हैं अपने को। वीर जिया ने आप जी को सरवण कराया सी कि सत्संग के विचों सोझी पैंदी है।
सत्संग करदियां करदियां गुरमुख प्यारिओ